हेलो एवरीवन। आज ਆਪਾਂ ਕਰਾਂਗੇ ਲੈਸਨ 7 ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਯਾਨੀ ਕਿ ਪੂਰੇ ਸੰਸਾਰ ਦਾ ਗਰਮ ਹੋਣਾ। ਗਲੋਬਲ ਵਾਰਮਿੰਗ ਦਾ ਮਤਲਬ ਹੈ ਜਦੋਂ ਧਰਤੀ ਦਾ ਤਾਪਮਾਨ ਮਨੁੱਖੀ ਗਤੀਵਿਧੀਆਂ ਕਾਰਨ ਲਗਾਤਾਰ ਵੱਧ ਰਿਹਾ ਹੈ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਨਿਊ ਵਰਡਸ, ਨਏ ਸ਼ਬਦ। ਪਹਿਲਾ ਸ਼ਬਦ ਗਲੋਬਲ। ਗਲੋਬਲ ਸੰਸਾਰ। ਵਾਰਨਿੰਗ चेतावनी। व्हीकल्स वाहन। जाल ट्रैप जाल। स्टबल पराली। पॉल्यूशन प्रदूषण। हार्मफुल हानिकारक। इरेडिकेट खात्मा। प्री रीडिंग नेम द planet on which we live। ਉਸ ਗ੍ਰਹਿ ਦਾ ਨਾਂ ਦੱਸੋ ਜਿਸ ਤੇ ਅਸੀਂ ਰਹਿੰਦੇ ਹਾਂ। ਅਰਥ। ਵੇਅਰ ਡੂ ਵੀ ਗੈਟ ਆਕਸੀਜਨ ਫਰੋਮ। ਸਾਨੂੰ ਆਕਸੀਜਨ ਕਿੱਥੋਂ ਮਿਲਦੀ ਹੈ। ਰੁੱਖਾਂ ਤੋਂ ਪਲਾਂਟਸ। ਵਾਟ ਵਿਲ ਹੈਪਨ ਇਫ ਆਲ ਦ ਟਰੀਜ਼ ਆਰ ਕੱਟ। ਜੇਕਰ ਸਾਰੇ ਦਰਖਤ ਕੱਟ ਦਿੱਤੇ ਜਾਣ ਤਾਂ ਕੀ ਹੋਏਗਾ। ਦੇयर ਵੁੱਡ ਬੀ ਨੋ ਲਾਈਫ ਔਨ ਅਰਥ। ਧਰਤੀ ਦੇ ਉੱਤੇ ਕੋਈ ਲਾਈਫ ਨਹੀਂ ਬਚੇਗੀ। ਹੁਣ ਆਪਾਂ ਕਰਾਂਗੇ ਲੈਸਨ। ਕਟਿੰਗ ਆਫ ਟਰੀਜ਼ ਇਜ਼ ਗਿਵਿੰਗ ਅਸ ਅ ਵਾਰਨਿੰਗ। ਰੁੱਖਾਂ ਦੀ ਕਟਾਈ ਸਾਨੂੰ ਚੇਤਾਵਨੀ ਦੇ ਰਹੀ ਹੈ। ਡੈਟ ਦੇयर ਇਜ਼ ਐਨ ਇਨਕਰੀਜ਼ ਇਨ ਗਲੋਬਲ ਵਾਰਮਿੰਗ। ਕਿ ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਇਟਸ ਇਨਕਰੀਜ਼ਿੰਗ ਡੇ ਬਾਏ ਡੇ। ਇਹ ਦਿਨੋ ਦਿਨ ਵੱਧ ਰਿਹਾ ਹੈ। ਵੀ ਆਲ ਆਰ ਅਵੇਅਰ। ਅਸੀਂ ਸਾਰੇ ਇਹ ਗੱਲ ਜਾਣਦੇ ਹਾਂ। ਟੂ ਕੰਟਰੋਲ ਇਟ ਵੀ ਰੀਅਲੀ ਡੋਂਟ ਕੇਅਰ। ਇਸ ਨੂੰ ਕੰਟਰੋਲ ਨਿਯੰਤਰਣ ਕਰਨ ਲਈ ਸਾਨੂੰ ਅਸਲ ਵਿੱਚ ਪਰਵਾਹ ਨਹੀਂ ਹੈ। ਦ ਬਰਨਿੰਗ ਆਫ ਸਟਬਲ ਇਜ਼ ਡੂਇੰਗ ਪੋਲਿਊਸ਼ਨ। ਪਰਾਲੀ ਸਾੜਨ ਨਾਲ ਪ੍ਰਦੂਸ਼ਣ ਹੋ ਰਿਹਾ ਹੈ। ਐਂਡ ਵੀ ਹੈਵਨਟ ਸਟਿਲ ਫਾਊਂਡ ਐਨੀ ਸੋਲਿਊਸ਼ਨ। ਅਤੇ ਅਸੀਂ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਹੈ। ਯੂਜ਼ ਆਫ ਵਹੀਕਲਸ ਇਜ਼ ਇਨਕਰੀਜ਼ਿੰਗ ਡੇ ਬਾਏ ਡੇ। ਵਾਹਨਾਂ ਦੀ ਵਰਤੋਂ ਦਿਨ ਬ ਦਿਨ ਵੱਧ ਰਹੀ ਹੈ। ਆਊਟ ਆਫ ਵਿਚ ਹਾਰਮਫੁਲ ਐਮਿਸ਼ਨਸ ਆਰ ਫਾਈਂਡਿੰਗ ਵੇ। ਜਿਸ ਵਿੱਚੋਂ ਹਾਨੀਕਾਰਕ ਗੈਸਾਂ ਦਾ ਨਿਕਾਸ ਹੋ ਰਿਹਾ ਹੈ। ਹਾਨੀਕਾਰਕ ਗੈਸਾਂ ਨੂੰ ਵਾਤਾਵਰਣ ਵਿੱਚ ਜਾਣ ਦਾ ਰਸਤਾ ਲੱਭ ਰਿਹਾ ਹੈ। ਹਾਈ ਯੂਜ਼ ਆਫ ਫਰਟੀਲਾਈਜ਼ਰਸ ਹੈਜ਼ ਰੇਜ਼ਡ ਅਰਥਸ ਟੈਂਪਰੇਚਰ। ਖਾਦਾਂ ਦੀ ਜ਼ਿਆਦਾ ਵਰਤੋਂ ਨੇ ਧਰਤੀ ਦਾ ਤਾਪਮਾਨ ਵਧਾ ਦਿੱਤਾ ਹੈ। which is indeed a threat to mother nature। ਜੋ ਯਕੀਨੀ ਤੌਰ 'ਤੇ indeed ਯਾਨੀ ਕਿ ਯਕੀਨੀ ਤੌਰ 'ਤੇ ਮਾਂ ਕੁਦਰਤ ਲਈ ਖਤਰਾ ਹੈ। our life will soon become a dreadful hell। ਸਾਡਾ ਜੀਵਨ ਜਲਦੀ ਹੀ ਇੱਕ ਭਿਆਨਕ ਨਰਕ ਬਣ ਜਾਏਗਾ। and on this planet it will be difficult to dwell। ਡਵੈਲ ਯਾਨੀ ਰਹਿਣਾ। ਕਿ ਅਤੇ ਇਸ ਧਰਤੀ ਉੱਤੇ ਰਹਿਣਾ ਮੁਸ਼ਕਲ ਹੋ ਜਾਏਗਾ। ਨਾਓ ਵੀ ਸ਼ੁੱਡ ਫਾਈਂਡ ਸੋਲਿਊਸ਼ਨ ਫॉर ਗਲੋਬਲ ਵਾਰਮਿੰਗ। ਹੁਣ ਸਾਨੂੰ ਗਲੋਬਲ ਵਾਰਮਿੰਗ ਦਾ ਹੱਲ ਲੱਭਣਾ ਚਾਹੀਦਾ ਹੈ। ਟੂ ਮੇਕ ਅਰਥ ਵਰਥ ਲਿਵਿੰਗ ਫॉर ਜਨਰੇਸ਼ਨਸ ਕਮਿੰਗ। ਆਉਣ ਵਾਲੇ ਪੀੜ੍ਹੀਆਂ ਲਈ ਧਰਤੀ ਨੂੰ ਰਹਿਣਯੋਗ ਬਣਾਉਣ ਲਈ ਸਾਨੂੰ ਇਸ ਗੱਲ ਦਾ ਹੱਲ ਲੱਭਣਾ ਹੀ ਪਏਗਾ। ਟੂ ਮੇਕ ਅਰਥ ਵਰਥ ਲਿਵਿੰਗ ਫॉर ਜਨਰੇਸ਼ਨਸ ਕਮਿੰਗ। ਤੋ ਇਸ ਪਾਠ ਵਿੱਚ ਸਾਨੂੰ ਕੀ ਕਿਹਾ ਜਾ ਰਿਹਾ ਹੈ। ਇਸ ਪਾਠ ਵਿੱਚ ਸਾਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਧਰਤੀ ਉੱਤੇ ਜੀਵਨ ਨੂੰ ਜੀਣਯੋਗ ਬਣਾਉਣ ਲਈ ਸਾਨੂੰ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਹੁਣ ਆਪਾਂ ਕਰਾਂਗੇ ਗਲੋਸਰੀ। ਨੰਬਰ 1 ਗਲੋਬਲ ਵਾਰਮਿੰਗ ਇਨਕਰੀਜ਼ ਇਨ ਟੈਂਪਰੇਚਰ ਆਫ ਦ ਅਰਥ। ਧਰਤੀ ਦੇ ਤਾਪਮਾਨ ਵਿੱਚ ਵਾਧਾ। ਸਟਬਲ ਯਾਨੀ ਕਿ ਪਰਾਲੀ। ਡਰਾਈ ਸਟਾਕਸ ਲੈਫਟ ਆਫਟਰ ਹਾਰਵੈਸਟਿੰਗ। ਵਾਢੀ ਤੋਂ ਬਾਅਦ ਜੋ ਸੂਖੇ ਸਟਾਕਸ ਰਹਿ ਜਾਂਦੇ ਹਨ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਟਬਲ। ਨੰਬਰ 3 ਐਮਿਸ਼ਨ ਨਿਕਾਸ। ਥਰੋਇੰਗ ਆਊਟ ਬਾਹਰ ਸੁੱਟਣਾ। ਨੰਬਰ 4 ਫਰਟੀਲਾਈਜ਼ਰਸ ਖਾਦ। chemicals used to make the soil rich। ਮਿੱਟੀ ਨੂੰ ਉਪਜਾਊ ਬਣਾਉਣ ਲਈ ਵਰਤੇ ਜਾਂਦੇ ਰਸਾਇਣ। ਨੰਬਰ 5 ਹਾਨੀਕਾਰਕ
ਵੈਰੀ ਬੈਡ, ਬਹੁਤ ਬੁਰਾ। ਹੁਣ ਆਪਾਂ ਕਰਾਂਗੇ ਐਕਸਰਸਾਈਜ਼। ਲੈਟਸ ਆਂਸਰ, ਚਲਿਏ ਉੱਤਰ ਦਈਏ। ਫਿਲ ਇਨ ਦ ਬਲੈਂਕਸ, ਖਾਲੀ ਥਾਵਾਂ ਭਰੋ। ਸ਼ਬਦ ਹਨ ਗਲੋਬਲ ਵਾਰਮਿੰਗ, ਡਿਫਿਕਲਟ, ਟੈਂਪਰੇਚਰ, ਕਟਿੰਗ ਆਫ ਟਰੀਜ਼, ਡੇ ਬਾਏ ਡੇ। Number 1. Dash is giving us a warning. Cutting of trees is giving us a warning. ਰੁੱਖਾਂ ਦੀ ਕਟਾਈ ਸਾਨੂੰ ਚੇਤਾਵਨੀ ਦੇ ਰਹੀ ਹੈ। Number 2. High use of fertilizers has raised dash. High use of fertilizers has raised Earth's temperature. ਖਾਦਾਂ ਦੀ ਜ਼ਿਆਦਾ ਵਰਤੋਂ ਨੇ ਧਰਤੀ ਦਾ ਤਾਪਮਾਨ ਵਧਾ ਦਿੱਤਾ ਹੈ। Number 3. Dash is a burning topic. Global warming is a burning topic. Number 4. Use of vehicles is increasing dash. Use of vehicles is increasing day by day. ਵਾਹਨਾਂ ਦੀ ਵਰਤੋਂ ਦਿਨੋਂ ਦਿਨ ਵੱਧ ਰਹੀ ਹੈ। Number 5. On this planet, it will be dash to dwell. ਇਹ ਗ੍ਰਹਿ 'ਤੇ ਰਹਿਣਾ ਮੁਸ਼ਕਲ ਹੋਵੇਗਾ। On this planet, it will be difficult to dwell. B. Write the rhyming words used in the poem. ਇਸ ਕਵਿਤਾ ਵਿੱਚ ਵਰਤੇ ਗਏ ਤੁਕਬੰਦੀ ਵਾਲੇ ਸ਼ਬਦ ਲਿਖੋ। Example: warning, warming, aware, care, pollution, solution, day, way, temperature, nature, hell, dwell. D. Write true or false. True, false ਦੱਸੋ। Number 1. We should cut more and more trees. ਸਾਨੂੰ ਵੱਧ ਤੋਂ ਵੱਧ ਰੁੱਖ ਕੱਟਣੇ ਚਾਹੀਦੇ ਹਨ। ਗਲਤ। Number 2. We should use less fertilizers. ਸਾਨੂੰ ਖਾਦਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਸਹੀ। Number 3. Rise in temperature will make our life happy. ਤਾਪਮਾਨ ਵਿੱਚ ਵਾਧਾ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦੇਗਾ। ਗਲਤ। Number 4. We should get our vehicles checked at specific intervals. ਸਾਨੂੰ ਸਹੀ ਸਮੇਂ ਤੇ ਅੰਤਰਾਲਾਂ ਤੇ ਆਪਣੀ ਵਾਹਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉੱਤਰ ਸਹੀ। F. Complete it. ਪੂਰਾ ਕਰੋ। Number 1. The burning of stubble is doing pollution, and we have not found any solution. Number 2. Use of vehicles is increasing day by day, out of which harmful emissions are finding way. Number 2. Vocabulary. Nature. ਕੁਦਰਤ. What all do you see in the picture? ਤੁਸੀਂ ਤਸਵੀਰ ਵਿੱਚ ਕੀ ਦੇਖ ਰਹੇ ਹੋ? तो सब तो पहला ਆਪਾਂ देख रहे हैं सन, क्लाउड, स्टार्स, मून, बर्ड। तो ਆਪਾਂ ਨੇ ਵੇਖਿਆ सन, क्लाउड, मून, स्टार्स, बुशेस। ਇਹ ਰਿਹਾ बुशेस। तो ਆਪਾਂ बुशेस भी देख सक रहे हैं। फ्लावर्स। ਇਹ ਰਹੇ फ्लावर्स। बर्ड, ट्री। ਇਹ ਰਿਹਾ ट्री। ਆਪਾਂ ਹੋਰ ਕੀ ਦੇਖ ਸਕ ਰਹੇ ਹਾਂ? ਮਾਊਂਟੇਨਸ, ਪਹਾੜਾਂ, ਐਲੀਫੈਂਟ, ਹਾਥੀ। ਨੰਬਰ B. ਰਾਈਟ ਦ ਨੇਮਸ ਆਫ ਬਰਡਸ, ਸਮ ਬਰਡਸ ਇਨ ਦ ਗਿਵਨ ਸਪੇਸ। ਦਿੱਤੇ ਸਪੇਸ ਵਿੱਚ ਪੰਛੀਆਂ ਦੇ ਨਾਂ ਲਿਖੋ। ਸਭ ਤੋਂ ਪਹਿਲੀ ਬਰਡ ਆਉਲ, ਉੱਲੂ, ਸਪੈਰੋ, ਚਿੜੀ, ਕ੍ਰੋ, ਕਾਂ, ਪੀਜਨ, ਕਬੂਤਰ, ਪੈਰਟ, तोता, डक, बत्तख, पीकॉक, मोर। Number 3. Language corner. Look at the pictures and fill in the blanks with suitable describing words. ਤਸਵੀਰ ਨੂੰ ਦੇਖੋ ਅਤੇ ਵਰਣਨ ਕਰਨ ਵਾਲੇ ਸ਼ਬਦਾਂ ਨਾਲ ਖਾਲੀ ਥਾਂ ਭਰੋ। A ripe mango. ਕਿਸ ਤਰ੍ਹਾਂ ਦਾ ਮੈਂਗੋ? ਰਾਈਪ, ਪੱਕਿਆ ਹੋਇਆ। A red flower. ਕਿਸ ਤਰ੍ਹਾਂ ਦਾ ਫਲਾਰ? ਰੈਡ। ਡਿਸਕ੍ਰਾਈਬ ਕਰ ਰਿਹਾ ਹੈ, ਵਰਣਨ ਕਰ ਰਿਹਾ ਹੈ ਫਲਾਰ ਦੀ। A dash tree. A big tree. A dash ice cream. A tasty ice cream. A dash car. A big car. A dash elephant.
ਅ ਹਿਊਜ ਐਲੀਫੈਂਟ। ਐਲੀਫੈਂਟ ਦੇ ਨਾਲ ਆਪਾਂ ਹਮੇਸ਼ਾ ਹਿਊਜ ਲਿਖਦੇ ਹਾਂ, ਆਪਾਂ ਕਦੇ ਵੀ ਬਿਗ ਨਹੀਂ ਲਿਖਦੇ। ਸੱਚ ਡਿਸਕ੍ਰਾਈਬਿੰਗ ਵਰਡਸ ਆਰ ਕਾਲਡ ਐਡਜੈਕਟਿਵਸ। ਅਜਿਹੇ ਵਰਣਨ ਕਰਨ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। These words describe a noun or a pronoun. ਇਹ ਸ਼ਬਦ ਇੱਕ ਨਾਂਵ ਜਾਂ ਪੜਨਾਂਵ ਦਾ ਵਰਣਨ ਕਰਦੇ ਹਨ। Underline the adjectives in the following sentences. Number 1. My mother cooks tasty food. Tasty adjective. किस तरह ਦਾ ਫੂਡ ਪਕਾਉਂਦੀ ਹੈ? Tasty ਵਰਣਨ ਕਰ ਰਿਹਾ ਹੈ ਫੂਡ ਦਾ, ਤਾਂ ਟੇਸਟੀ ਐਡਜੈਕਟਿਵ। ਮੇਰੀ ਮਾਂ ਸਵਾਦਿਸ਼ਟ ਭੋਜਨ ਪਕਾਉਂਦੀ ਹੈ। ਨੰਬਰ 2, ਦਿਸ ਪੇਂਟਿੰਗ ਇਜ਼ ਵੈਰੀ ਕਲਰਫੁਲ। ਕਲਰਫੁਲ, ਇਹ ਪੇਂਟਿੰਗ ਬਹੁਤ ਰੰਗੀਨ ਹੈ। ਨੰਬਰ 3, ਦ ਐਲੀਫੈਂਟ ਇਜ਼ ਅ ਹਿਊਜ ਐਨੀਮਲ। ਹਾਥੀ ਇੱਕ ਬਹੁਤ ਵੱਡਾ ਜਾਨਵਰ ਹੈ, ਹਿਊਜ। ਨੰਬਰ 4, ਵੀ ਸ਼ੁੱਡ ਈਟ ਫਰੈਸ਼ ਫਰੂਟਸ। ਸਾਨੂੰ ਤਾਜ਼ੇ ਫਲ ਖਾਣੇ ਚਾਹੀਦੇ ਹਨ, fresh. Number 5. An old man was sitting on the bench. Bench ਤੇ ਇੱਕ ਬਜ਼ੁਰਗ ਬੈਠਾ ਸੀ। Old, ਕਿਸ ਤਰ੍ਹਾਂ ਦਾ man? Old, ਬਜ਼ੁਰਗ ਬੰਦਾ। Number B. Degrees of adjective. ਵਿਸ਼ੇਸ਼ਣਾਂ ਦੀ degree. Sometimes adjectives are used to compare two or more nouns or pronouns. ਕਈ ਵਾਰ ਵਿਸ਼ੇਸ਼ਣਾਂ ਦੀ ਵਰਤੋਂ ਦੋ ਜਾਂ ਦੋ ਤੋਂ ਵੱਧ ਨਾਂਵ ਪੜਨਾਂਵ ਦੀ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ। ਵਿਸ਼ੇਸ਼ਣਾਂ ਦੀ ਡਿਗਰੀ ਦੀ ਵਰਤੋਂ। Every adjective has 3 degrees. ਹਰ ਵਿਸ਼ੇਸ਼ਣ ਦੀਆਂ 3 ਡਿਗਰੀਆਂ ਹੁੰਦੀਆਂ ਹਨ। ਪੋਜ਼ਿਟਿਵ ਡਿਗਰੀ, ਸਕਾਰਾਤਮਕ ਡਿਗਰੀ, ਕੰਪੈਰੇਟਿਵ ਡਿਗਰੀ, ਤੁਲਨਾਤਮਕ ਡਿਗਰੀ ਐਂਡ ਸੁਪਰਲੇਟਿਵ ਡਿਗਰੀ, ਉੱਤਮ ਡਿਗਰੀ। The comparative degree is usually formed by adding er and the superlative by adding est to the positive degree. The comparative degree ਆਪਾਂ ਕਿਸ ਤਰ੍ਹਾਂ ਬਣਾਉਂਦੇ ਹਾਂ? ਜਦ ਅਸੀਂ ਪੋਜ਼ਿਟਿਵ ਡਿਗਰੀ ਨਾਲ er ਲਾ ਦਿੰਦੇ ਹਾਂ ਤਾਂ ਉਹ ਕੰਪੈਰੇਟਿਵ ਬਣ ਜਾਂਦੀ ਹੈ। ਜਦ ਆਪਾਂ ਪੋਜ਼ਿਟਿਵ ਦੇ ਨਾਲ est ਲਾ ਦਿੰਦੇ ਹਾਂ ਤਾਂ ਉਹ ਸਭ ਤੋਂ ਸੁਪਰਲੇਟਿਵ ਬਣ ਜਾਂਦੀ ਹੈ। ਐਗਜ਼ਾਮਪਲ ਦੇ ਤੌਰ 'ਤੇ ਟੌਲ, ਟੌਲਰ, ਟੌਲੈਸਟ। ਇੱਥੇ ਆਪਾਂ ਫਸਟ ਡਿਗਰੀ ਯਾਨੀ ਕਿ ਪੋਜ਼ਿਟਿਵ ਡਿਗਰੀ ਨਾਲ er ਲਾਇਆ ਅਤੇ ਇਹ ਬਣ ਗਿਆ ਸੈਕਿੰਡ ਡਿਗਰੀ ਜਾਂ ਕੰਪੈਰੇਟਿਵ ਡਿਗਰੀ। ਫਿਰ ਆਪਾਂ ਨੇ ਵਾਪਸ ਟੌਲ ਲਿਆ ਅਤੇ est ਲਾ ਦਿੱਤਾ, ਫਿਰ ਇਹ ਬਣ ਗਿਆ ਸੁਪਰਲੇਟਿਵ ਜਾਂ ਉੱਤਮ ਡਿਗਰੀ। ਸੈਕਿੰਡ ਐਗਜ਼ਾਮਪਲ ਹੌਟ, ਹੌਟਰ, ਹੌਟੈਸਟ। ਗਰਮ, ਜ਼ਿਆਦਾ ਗਰਮ, ਸਭ ਤੋਂ ਗਰਮ। ਐਗਜ਼ਾਮਪਲਸ ਪੋਜ਼ਿਟਿਵ, ਕੰਪੈਰੇਟਿਵ, ਸੁਪਰਲੇਟਿਵ। ਗੁੱਡ, ਬੈਟਰ, ਬੈਸਟ। ਵਧੀਆ, ਨਾਲੋਂ ਵਧੀਆ, ਸਭ ਤੋਂ ਵਧੀਆ। ਸੌਰੀ, ਇੱਥੇ ਵਧੀਆ ਹੋਏਗਾ, ਤੁਸੀਂ ਥੋੜ੍ਹਾ ਧਿਆਨ ਦਿਓ। ਬੈਡ, ਬੁਰਾ, bad, worse, worst. बुरा, नालो बुरा, सब तो बुरा। brave, braver, bravest. बहादुर, नालो बहादुर, सब तो बहादुर। clever, चलाक, cleverer, नालो चलाक, cleverest, सब तो चलाक। early, earlier, earliest. hot, hotter, hottest. Tall, taller, tallest. Old, older, oldest. Soft, softer, softest. Small, smaller, smallest. Short, shorter, shortest. Sweet, sweeter, sweetest. Wise, wiser, wisest. Thin, thinner, thinnest. High, higher, highest. Young, younger, youngest. Beautiful, more beautiful, most beautiful. Important, more important, most important. ਜ਼ਰੂਰੀ, ਜ਼ਿਆਦਾ ਜ਼ਰੂਰੀ, ਸਭ ਤੋਂ
ਜ਼ਰੂਰੀ। नोट ऑलवेज यूज द बिफोर सुपरलेटिव डिग्री। तो ये जो सुपरलेटिव डिग्री है इन्हां दे आगे ਤੁਹਾਨੂੰ ਹਮੇਸ਼ਾ ਦ THE ਦ ਲਾਣਾ ਹੋਏਗਾ ਸੈਂਟੈਂਸ ਦੇ ਵਿੱਚ। C. Complete the following sentences by using the correct degree of adjectives in the brackets। ਬ੍ਰੈਕਟਾਂ ਵਿੱਚ ਦਿੱਤੇ ਵਿਸ਼ੇਸ਼ਣਾਂ ਦੀ ਸਹੀ ਡਿਗਰੀ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਵਾਕਾਂ ਨੂੰ ਪੂਰਾ ਕਰੋ। ਨੰਬਰ 1, ਜਸਪ੍ਰੀਤ is dash than ਰਾਜਨ। ਜਸਪ੍ਰੀਤ is taller than ਰਾਜਨ। ਦੋ ਵਿਅਕਤੀਆਂ ਦੀ ਤੁਲਨਾ ਜਸਪ੍ਰੀਤ ਅਤੇ ਰਾਜਨ ਦੀ ਜਦੋਂ ਦੋ ਵਿਅਕਤੀ ਦੀ ਤੁਲਨਾ ਹੁੰਦੀ ਹੈ ਤਾਂ ਆਪਾਂ ਹਮੇਸ਼ਾ ਸੈਕਿੰਡ ਡਿਗਰੀ ਯੂਜ਼ ਕਰਦੇ ਹਾਂ। ਜਸਪ੍ਰੀਤ ਰਾਜਨ ਨਾਲੋਂ ਲੰਬਾ ਹੈ। ਨੰਬਰ 2, she is dash than my mother। she is older than my mother। ਆਪਾਂ ਫਿਰ ਦੋ ਵਿਅਕਤੀਆਂ ਦੀ ਤੁਲਨਾ ਕੀਤੀ ਹੈ ਤੇ ਇਸ ਲਈ ਆਪਾਂ ਨੇ ਵਾਪਸ ਸੈਕਿੰਡ ਡਿਗਰੀ ਦੀ ਵਰਤੋਂ ਕੀਤੀ ਹੈ। ਉਹ ਮੇਰੀ ਮਾਂ ਤੋਂ ਵੱਡੀ ਹੈ। ਨੰਬਰ 3, she is the dash girl of our class। she is the best girl of our class। ਉਹ ਸਾਡੀ ਕਲਾਸ ਦੀ ਸਭ ਤੋਂ ਵਧੀਆ ਕੁੜੀ ਹੈ। ਜਦੋਂ ਕੋਈ ਚੀਜ਼ ਉੱਤਮ ਹੁੰਦੀ ਹੈ ਜਿਵੇਂ she, ਇਹ ਜੋ she ਹੈ ਇਹ ਜੋ ਕੁੜੀ ਹੈ ਸਭ ਤੋਂ ਵਧੀਆ ਹੈ ਕਲਾਸ ਦੇ ਵਿੱਚ, ਤਾਂ ਆਪਾਂ ਤਦ ਯੂਜ਼ ਕਰਦੇ ਹਾਂ ਥਰਡ ਡਿਗਰੀ। ਨੰਬਰ 4, I am an dash worker। I am an efficient worker। ਜਦੋਂ ਇੱਕ ਵਿਅਕਤੀ ਬਾਰੇ ਹੁੰਦਾ ਹੈ ਤਾਂ ਆਪਾਂ ਯੂਜ਼ ਕਰਦੇ ਹਾਂ ਫਸਟ ਡਿਗਰੀ। ਮੈਂ ਇੱਕ ਕੁਸ਼ਲ ਕਾਮਾ ਹਾਂ। ਨੰਬਰ 5, a dog is bigger than a rabbit। ਇੱਕ ਕੁੱਤਾ ਖਰਗੋਸ਼ ਨਾਲੋਂ ਵੱਡਾ ਹੁੰਦਾ ਹੈ। ਦੋ ਚੀਜ਼ਾਂ ਵਿੱਚ ਆਪਾਂ ਤੁਲਨਾ ਕਰ ਰਹੇ ਹਾਂ ਇਸ ਲਈ ਆਪਾਂ ਨੇ ਯੂਜ਼ ਕੀਤਾ ਸੈਕਿੰਡ ਡਿਗਰੀ। D. Complete the sentences using suitable articles a and the। ਆਪਾਂ ਨੂੰ a and ਔਰ the ਜੋ ਕਿ ਆਰਟੀਕਲਸ ਹੁੰਦੇ ਹਨ ਉਹਨਾਂ ਦੀ ਵਰਤੋਂ ਕਰਦੇ ਹੋਏ ਸੈਂਟੈਂਸ ਨੂੰ ਵਾਕਾਂ ਨੂੰ ਕੰਪਲੀਟ ਕਰਨਾ ਹੈ। ਆਪਾਂ A, E, I, O ਔਰ ਸੌਰੀ ਇੱਥੇ U ਹੋਗਾ, U ਦੇ ਨਾਲ ਲਾਉਂਦੇ ਹਾਂ ਐਨ। ਬਾਕੀ ਦੇ ਜੋ ਅੱਖਰ ਹੁੰਦੇ ਹਨ ਉਹਨਾਂ ਨੂੰ ਆਪਾਂ ਕੌਨਸੋਨੈਂਟਸ ਕਹਿੰਦੇ ਹਾਂ ਔਰ ਉਹਨਾਂ ਦੇ ਨਾਲ ਆਪਾਂ ਲਾਉਂਦੇ ਹਾਂ ਆ। ਨੰਬਰ 1, I am reading dash book। I am reading a book। ਨੰਬਰ 2, he is an honest man। ਹੁਣ ਆਪਾਂ ਸੋਚੋਗੇ ਓਨੈਸਟ ਤੋਂ H ਨਾਲ ਸ਼ੁਰੂ ਹੋ ਰਿਹਾ ਫਿਰ ਆਪਾਂ ਨੇ ਐਨ ਕਿਉਂ ਲਾਇਆ, ਐਨ ਕਿਉਂ ਲਾਇਆ? ਉਹ ਇਸ ਲਈ ਕਿਉਂਕਿ ਆਪਾਂ ਇਸ ਨੂੰ ਪ੍ਰੋਨਾਊਂਸ ਕਰ ਰਹੇ ਹਾਂ ਓਨੈਸਟ, ਹੌਨੈਸਟ ਨਹੀਂ ਬੋਲ ਰਹੇ ਓਨੈਸਟ। ਤਾਂ ਆਪਾਂ ਇਹ ਲੈ ਕੇ ਚੱਲਦੇ ਹਾਂ ਕਿ ਇਹ ਵਰਡ ਓ ਤੋਂ ਸ਼ੁਰੂ ਹੋ ਰਿਹਾ ਹੈ ਇਸ ਲਈ ਆਪਾਂ ਐਨ ਲਾਇਆ। H ਇਸ ਸ਼ਬਦ ਵਿੱਚ ਸਾਇਲੈਂਟ ਹੈ, ਚੁੱਪ ਹੈ, ਜੋ ਆਪਾਂ ਬੋਲਦੇ ਨਹੀਂ। ਨੰਬਰ 3, dash red fort is in Delhi। the red fort is in Delhi। ਖਾਸ ਚੀਜ਼ਾਂ ਲਈ ਆਪਾਂ ਲਾਉਂਦੇ ਹਾਂ the ਕਿਉਂਕਿ ਪੂਰੇ ਭਾਰਤ ਦੇ ਵਿੱਚ ਜਾਂ ਪੂਰੇ ਦੁਨੀਆ ਵਿੱਚ ਇੱਕ ਹੀ ਰੈੱਡ ਫੋਰਟ ਹੈ। ਨੰਬਰ 4, speak the truth। ਨੰਬਰ 5, don't tell a lie। ਨੰਬਰ 6, a bird is flying in the sky। ਸਕਾਈ ਵਾਪਸ ਖਾਸ ਹੋ ਗਿਆ, ਆਮ ਨਹੀਂ ਹੈ ਇਸ ਲਈ ਆਪਾਂ ਨੇ ਲਾਇਆ THE the। ਨੰਬਰ 7, my cousin is a doctor। ਨੰਬਰ 8, an astronaut can go to the moon। astronaut means ਪੁਲਾੜ ਯਾਤਰੀ। ਨੰਬਰ 9, dash earth goes round dash sun। the earth goes around the sun। Number 10, dash window is made of glass। a window is made of glass। Number 11, there is an apple and a banana on the plate। Number 12, look at the blackboard। ਹੁਣ ਆਪਾਂ ਦੇਖ ਰਹੇ ਹਾਂ ਕਿ ਇੱਥੇ THE the ਲਾਇਆ ਹੋਇਆ ਹੈ ਪਲੇਟ ਤੋਂ, ਜਦਕਿ ਕੋਈ ਖਾਸ ਨਹੀਂ ਹੈ। ਕਿਉਂ? ਕਿਉਂਕਿ ਪਰਟੀਕੂਲਰ ਪਲੇਟ ਦੇ ਬਾਰੇ ਵਿੱਚ ਗੱਲ ਹੋ ਰਹੀ ਹੈ ਕਿ ਉਸ ਪਲੇਟ ਦੇ ਉੱਤੇ ਇੱਕ ਐਪਲ ਅਤੇ ਇੱਕ ਬਨਾਨਾ ਹੈ।
ਹੁਣ ਆਪਾਂ ਕਰਾਂਗੇ ਈ, ਪੰਕਚੁਏਟ ਐਂਡ ਰੀਰਾਈਟ ਦ ਫੋਲੋਇੰਗ ਪੈਰਾਗ੍ਰਾਫ। ਹੇਠ ਦਿੱਤੇ ਪੈਰਾ ਨੂੰ ਵਿਰਾਮ ਚਿੰਨ੍ਹ ਲਾਓ ਤੇ ਫਿਰ ਲਿਖੋ। ਵਿਰਾਮ ਚਿੰਨ੍ਹ ਹੁੰਦੇ ਹਨ ਕੌਮਾ, ਫੁੱਲ ਸਟਾਪ, ਐਕਸਕਲੇਮੇਸ਼ਨ ਮਾਰਕ ਜਾਂ ਕੁਐਸਚਨ ਮਾਰਕ। ਹੁਣ ਆਪਾਂ ਇਹ ਪੈਰਾਗ੍ਰਾਫ ਅਸੀਂ ਕਰਾਂਗੇ। ਮਨੂ wanted to see a lion। ਮਨੂ ਦਾ ਐਮ ਬੜਾ, ਫਿਰ ਫੁੱਲ ਸਟਾਪ। Dad took her to the zoo। Dad ਦਾ ਡੀ ਬੜਾ, full stop। Manu saw a lion in the cage। Manu ਦਾ ਐਮ ਬੜਾ, saw 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 a lion in the cage, full stop। She also saw monkey, tiger, fox and zebra in the zoo। She ਦਾ ਐਸ ਬੜਾ, monkey ਦੇ ਬਾਅਦ ਕੌਮਾ, tiger ਦੇ ਬਾਅਦ ਵੀ ਕੌਮਾ, zoo ਦੇ ਬਾਅਦ full stop। She was very happy to see all the animals in the zoo। She ਦਾ S capital ਔਰ sentence ਦੇ ਅਖੀਰ ਵਿੱਚ full stop। ਹੁਣ ਆਪਾਂ ਕਰਾਂਗੇ ਰਾਈਮ father up above। ਇਸ ਰਾਈਮ ਦੇ ਵਿੱਚ ਪਰਮਾਤਮਾ ਦੀ ਗੱਲ ਕੀਤੀ ਗਈ ਹੈ। Oh my eyes, what do you see? There is a father up above, looking down with tender love, so be careful what you see। Oh my ears, what you hear? There is a father up above, looking down with tender love, so be careful what you hear। Oh my hands, what you do? There is a father up above, looking down with tender love, so be careful what to do। Oh my feet, where you go? There is a father up above, looking down with tender love, so be careful where to go। तो इस कविता ਵਿੱਚ ਕਿਹਾ ਜਾ ਰਿਹਾ ਹੈ ਕਿ ਮੇਰੀ ਅੱਖਾਂ ਤੁਸੀਂ ਕੀ ਦੇਖ ਰਹੇ ਹੋ। ਇੱਕ ਫਾਦਰ ਹੈ ਜੋ ਸਾਡੇ ਸਭ ਦੇ ਉੱਤੇ ਹੈ, ਜੋ ਸਾਡੇ ਸਭ ਨੂੰ ਪਿਆਰ ਨਾਲ, ਬੜੇ ਹੀ ਪਿਆਰ ਨਾਲ ਵੇਖ ਰਿਹਾ ਹੈ। ਤਾਂ ਬੜੇ ਕੇਅਰਫੁਲ ਰਹੋ, ਤੁਸੀਂ ਸਾਵਧਾਨ ਰਹੋ, ਜੋ ਵੀ ਵੇਖ ਰਹੇ ਹੋ ਤੁਸੀਂ ਬੜੇ ਧਿਆਨ ਨਾਲ ਵੇਖੋ, ਕੋਈ ਗਲਤ ਚੀਜ਼ ਨਹੀਂ ਵੇਖਣੀ। ਫਿਰ ਕਿਹਾ ਜਾ ਰਿਹਾ ਹੈ ਕਿ ਉਹ ਮੇਰੇ ਕੰਨ, ਤੁਸੀਂ ਕੀ ਸੁਣ ਰਹੇ ਹੋ। ਸਾਡੇ ਉੱਤੇ ਇੱਕ ਪਰਮਾਤਮਾ ਹੈ, ਪਰਮ ਪਿਤਾ ਹੈ, ਜੋ ਸਾਡੇ ਵੱਲ ਬੜੇ ਨਰਮ ਮੁਲਾਇਮ ਪਿਆਰ ਨਾਲ ਵੇਖ ਰਿਹਾ ਹੈ। ਤੋ ਤੁਸੀਂ ਸਾਵਧਾਨ ਰਹੋ, ਤੁਸੀਂ ਕੀ ਸੁਣ ਰਹੇ ਹੋ, ਮਤਲਬ ਤੁਸੀਂ ਕभी ਵੀ ਗਲਤ ਚੀਜ਼ ਨਹੀਂ ਸੁਣੋ। ਓ ਮਾਈ ਹੈਂਡਸ ਵਾਟ ਡੂ ਯੂ ਡੂ, ਕਿ ਉਹ ਮੇਰੇ ਹੱਥ, ਤੁਸੀਂ ਕੀ ਕਰ ਰਹੇ ਹੋ। ਦੇਰ ਇਜ਼ ਅ ਫਾਦਰ ਅਪ ਅਬਵ, ਕਿ ਸਾਡੇ ਉੱਤੇ ਇੱਕ ਪਰਮ ਪਿਤਾ ਹੈ, ਪਰਮਾਤਮਾ ਹੈ, ਜੋ ਸਾਡੇ ਵੱਲ ਬੜੇ ਪਿਆਰ ਨਾਲ ਵੇਖ ਰਿਹਾ ਹੈ। ਇਸ ਲਈ ਤੁਸੀਂ ਸਾਵਧਾਨ ਰਹੋ, ਤੁਸੀਂ ਜੋ ਵੀ ਕਰ ਰਹੇ ਹੋ ਤੁਸੀਂ ਸਾਵਧਾਨ ਰਹੋ, ਕੋਈ ਗਲਤ ਕੰਮ ਨਾ ਕਰੋ। ਲਾਸਟ ਵਿੱਚ ਓ ਮਾਈ ਫੀਟ ਵੇਅਰ ਯੂ ਗੋ, ਕਿ ਮੇਰੇ ਫੀਟ, ਮੇਰੇ ਪੈਰ, ਤੁਸੀਂ ਕਿੱਥੇ ਜਾ ਰਹੇ ਹੋ। ਦੇਰ ਇਜ਼ ਅ ਫਾਦਰ ਅਪ ਅਬਵ, ਕਿ ਇੱਕ ਸਾਡੇ ਉੱਤੇ ਇੱਕ ਪਰਮਾਤਮਾ ਹੈ, ਸਾਡਾ ਪਰਮ ਪਿਤਾ ਹੈ, ਜੋ ਸਾਡੇ ਵੱਲ ਬੜੇ ਪਿਆਰ ਨਾਲ ਵੇਖ ਰਿਹਾ ਹੈ। ਤੋ ਤੁਸੀਂ ਸਾਵਧਾਨ ਰਹੋ, ਜਿੱਥੇ ਵੀ ਜਾ ਰਹੇ ਹੋ ਤੁਸੀਂ ਗਲਤ ਜਗ੍ਹਾ ਨਹੀਂ ਜਾਣਾ ਹੈ ਤੁਹਾਨੂੰ। ਤੋ ਇਸ ਪੂਰੇ ਪੋਇਮ ਵਿੱਚ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਗਲਤ ਵੀ ਨਹੀਂ ਦੇਖੋਗੇ, ਗਲਤ ਨਹੀਂ ਸੁਣੋਗੇ, ਗਲਤ ਕੋਈ ਕੰਮ ਨਹੀਂ ਕਰੋਗੇ, ਤਾਂ ਗਲਤ ਜਗ੍ਹਾ 'ਤੇ ਵੀ ਨਹੀਂ ਤੁਸੀਂ ਜਾਓਗੇ, ਕਿਉਂਕਿ ਪਰਮ ਪਿਤਾ ਸਾਡੇ ਉੱਪਰ ਨਜ਼ਰ ਬਣਾਏ ਹੋਏ ਹਨ, ਉਹ ਸਾਡੇ ਵੱਲ ਬੜੇ ਪਿਆਰ ਨਾਲ ਵੇਖ ਰਹੇ ਹਨ। 5 ਲੈਟਸ ਰੀਡ, ਚਲੋ ਪੜ੍ਹੀਏ। ਏ ਮੈਨ ਐਂਡ ਹਿਸ ਸਨ, ਇੱਕ ਆਦਮੀ ਅਤੇ ਉਸ ਦਾ ਪੁੱਤਰ। One day a man was going to the market with his son and ass। ਐਸ ਯਾਨੀ ਗਧਾ। ਇੱਕ ਦਿਨ ਇੱਕ ਆਦਮੀ ਆਪਣੇ ਬੇਟੇ ਅਤੇ ਗਧੇ ਨਾਲ ਬਾਜ਼ਾਰ ਜਾ ਰਿਹਾ ਸੀ। They met a couple on the way। ਉਹ ਰਸਤੇ ਵਿੱਚ ਇੱਕ ਜੋੜੇ ਨੂੰ ਮਿਲੇ। Why walk when you have an ass to ride। ਜਦੋਂ ਤੁਹਾਡੇ ਕੋਲ ਗਧੇ ਦੀ ਸਵਾਰੀ ਹੈ ਤਾਂ ਤੁਸੀਂ ਕਿਉਂ ਤੁਰ ਰਹੇ ਹੋ। Called out the husband। ਪਤੀ ਨੇ ਕਿਹਾ। Seat the boy on the ass, ਕਿ ਬੱਚੇ ਨੂੰ, ਮੁੰਡੇ ਨੂੰ ਗਧੇ 'ਤੇ ਬਿਠਾਓ।
I would like that, said the boy. मैं ਇਹ ਚਾਹਾਂਗਾ, ਲੜਕੇ ਨੇ ਕਿਹਾ। Help me up, father, ਕਿ ਮੇਰੀ ਮਦਦ ਕਰੋ ਪਿਤਾ ਜੀ ਗਧੇ ਤੇ ਚੜਨ ਲਈ, ਗਧੇ ਉੱਤੇ ਚੜਨ ਲਈ ਮੇਰੀ ਮਦਦ ਕਰੋ। Soon they met another couple. ਜਲਦੀ ਹੀ ਉਹ ਇੱਕ ਹੋਰ ਜੋੜੇ ਨੂੰ ਮਿਲੇ। How shameful of you, cried the woman. ਕਿ ਤੁਹਾਡੇ ਲਈ ਕਿੰਨੀ ਸ਼ਰਮਨਾਕ ਗੱਲ ਹੈ, ਔਰਤ ਨੇ ਚੀਕਿਆ। Let your father ride. ਕਿ ਤੁਹਾਡੇ ਪਿਤਾ ਨੂੰ ਸਵਾਰੀ ਕਰਨ ਦਿਓ। Won't he be tired? ਕੀ ਉਹ ਥੱਕਿਆ ਨਹੀਂ ਹੋਏਗਾ? So the boy got down and the father rode the ass. ਇਸ ਲਈ ਲੜਕਾ ਹੇਠਾਂ ਉਤਰਿਆ ਅਤੇ ਪਿਤਾ ਗਧੇ ਤੇ ਸਵਾਰ ਹੋ ਗਿਆ। Again they marched on. ਉਹਨਾਂ ਨੇ ਦੁਬਾਰਾ ਤੁਰਨਾ ਸ਼ੁਰੂ ਕੀਤਾ। Poor boy, said the next person they met. ਬੇਚਾਰਾ ਮੁੰਡਾ, ਅਗਲੇ ਵਿਅਕਤੀ ਨੇ ਕਿਹਾ ਜਿਸ ਨੂੰ ਉਹ ਮਿਲੇ ਸਨ। Why should the lazy father ride while the son is walking? ਆਲਸੀ ਪਿਤਾ ਨੂੰ ਸਵਾਰੀ ਕਿਉਂ ਕਰਨੀ ਚਾਹੀਦੀ ਹੈ ਜਦੋਂ ਉਸ ਦਾ ਪਿਤਾ ਤੁਰ ਰਿਹਾ ਹੋਵੇ? So the boy got onto the ass too. ਇਸ ਲਈ ਮੁੰਡਾ ਵੀ ਖੋਤੇ ਤੇ ਚੜ ਗਿਆ। As they went on, they met some travelers. ਚਲਦੇ ਹੋਏ ਉਹ ਕੁਝ ਯਾਤਰੀਆਂ ਨੂੰ ਮਿਲੇ। How cruel of them! They are up to kill the poor ass. ਇਹ ਕਿਤਨੇ ਬੇਰਹਿਮ ਹਨ, ਉਹ ਬੇਚਾਰੇ ਗਧੇ ਨੂੰ ਮਾਰਨ ਲਈ ਤਿਆਰ ਹਨ। Cried one of the travelers. ਇੱਕ ਯਾਤਰੀ ਨੇ ਚੀਕਿਆ। Hearing this, the father and the son got down. ਇਹ ਸੁਣ ਕੇ ਪਿਤਾ ਅਤੇ ਪੁੱਤਰ ਹੇਠਾਂ ਉਤਰ ਗਏ। Now they decided to carry the ass on their shoulders. ਹੁਣ ਉਹਨਾਂ ਨੇ ਗਧੇ ਨੂੰ ਆਪਣੇ ਮੋਢਿਆਂ ਤੇ ਚੁੱਕਣ ਦਾ ਫੈਸਲਾ ਕੀਤਾ। As they did so, the travelers broke into laughter. ਜਿਵੇਂ ਹੀ ਉਹਨਾਂ ਨੇ ਅਜਿਹਾ ਕੀਤਾ, ਯਾਤਰੀ ਹੱਸ ਪਏ। The laughter frightened the ass. ਹਾਸੇ ਨੇ ਗਧੇ ਨੂੰ ਡਰਾ ਦਿੱਤਾ। It broke free and galloped away. ਉਹ ਆਜ਼ਾਦ ਹੋ ਗਿਆ ਅਤੇ ਦੂਰ ਭੱਜ ਗਿਆ। ਉਹ ਦੂਰ ਨੂੰ ਚਲਾ ਗਿਆ। Moral, ਸਿੱਖਿਆ, You cannot please everyone. ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। Number 6. Let's write. ਚਲੋ ਲਿਖੀਏ। Imagine you are Ranjit, studying in government elementary school, Mansa, and you have lost your pencil box. ਕਿ ਕਲਪਨਾ ਕਰੋ ਕਿ ਤੁਸੀਂ ਰਣਜੀਤ ਹੋ, ਸਰਕਾਰੀ ਐਲੀਮੈਂਟਰੀ ਸਕੂਲ ਮਨਸਾ ਵਿੱਚ ਪੜ੍ਹ ਰਹੇ ਹੋ ਅਤੇ ਤੁਹਾਡਾ ਪੈਨਸਿਲ ਬਾਕਸ ਗੁਆਚ ਗਿਆ ਹੈ। Write a notice about it for the notice board of your school. ਇਸ ਬਾਰੇ ਆਪਣੇ ਸਕੂਲ ਦੇ ਨੋਟਿਸ ਬੋਰਡ ਲਈ ਇੱਕ ਨੋਟਿਸ ਲਿਖੋ। Government Elementary School, Mansa, notice November 18, 2022. Lost. कि गुआच गया. This is to inform you that I have lost my pencil box in the ground. ਇਹ ਤੁਹਾਨੂੰ ਸੂਚਿਤ ਕਰਨ ਲਈ ਹੈ ਕਿ ਮੈਂ ਖੇਡ ਦੇ ਮੈਦਾਨ ਵਿੱਚ ਆਪਣਾ ਪੈਨਸਿਲ ਬਾਕਸ ਗੁਆ ਦਿੱਤਾ ਹੈ। It is black and red in color. ਇਹ ਕਾਲਾ ਅਤੇ ਲਾਲ ਰੰਗ ਦਾ ਹੈ। Anyone who finds it, please return it to the undersigned. ਜੋ ਵੀ ਇਸ ਨੂੰ ਲੱਭਦਾ ਹੈ, ਕਿਰਪਾ ਕਰਕੇ ਇਸ ਨੂੰ ਹੇਠਾਂ ਹਸਤਾਖਰਿਤ ਨੂੰ ਵਾਪਸ ਕਰ ਦੇ। Undersigned means ਇਹ ਬੰਦਾ ਜਿਸ ਨੇ ਨੀਚੇ ਆਪਣਾ ਨਾਂ ਜਾਂ ਸਿਗਨੇਚਰ ਕੀਤਾ ਹੈ। ਰਣਜੀਤ, class 5. B. Make a list of things that we get from trees. ਉਹਨਾਂ ਚੀਜ਼ਾਂ ਦੀ ਸੂਚੀ ਬਣਾਓ ਜੋ ਅਸੀਂ ਰੁੱਖਾਂ ਤੋਂ ਪ੍ਰਾਪਤ ਕਰਦੇ ਹਾਂ। Number 1, fruits. Number 2, vegetables. Number 3, wood. Number 4, medicines. Number 5, herbs. Number 6, oxygen. Number 7, home for birds and animals. ਹੁਣ ਆਪਾਂ ਕਰਾਂਗੇ ਪਿਕਚਰ ਕੰਪੋਜੀਸ਼ਨ। C.
Look at the picture carefully and write 5 sentences about it. ਚਿੱਤਰ ਨੂੰ ਧਿਆਨ ਨਾਲ ਦੇਖੋ ਅਤੇ ਇਸ ਦੇ ਬਾਰੇ 5 ਵਾਕਾਂ ਲਿਖੋ। ਸਭ ਤੋਂ ਪਹਿਲਾ, there are 10 people in the picture. Number 2, an ice cream vendor is selling ice creams. ਇਸ ਨੂੰ ਕਹਿੰਦੇ ਹਾਂ ਆਈਸ ਕ੍ਰੀਮ ਵੈਂਡਰ, ਜੋ ਆਈਸ ਕ੍ਰੀਮ ਵੇਚਦਾ ਹੈ। One boy is eating fruit. ਇਹ ਬੱਚਾ ਇੱਥੇ ਫਰੂਟ ਖਾ ਰਿਹਾ ਹੈ। There is a big shopping mall. ਇਹ ਵੱਡਾ ਜਿਹਾ ਸ਼ਾਪਿੰਗ ਮਾਲ ਇੱਥੇ ਦਿਸ ਰਿਹਾ ਹੈ। Everybody is looking happy. ਸਾਰੇ ਖੁਸ਼ ਲੱਗ ਰਹੇ ਹਨ। Number 7, value I learned. ਮੈਂ ਕੀ ਸਿੱਖਿਆ? Ways to save Mother Earth. ਧਰਤੀ ਮਾਂ ਨੂੰ ਬਚਾਉਣ ਦੇ ਤਰੀਕੇ। Number 1, grow more trees. ਹੋਰ ਰੁੱਖ ਉਗਾਓ ਜਾਂ ਲਗਾਓ। Number 2, use paper bags and say no to polythene. ਕਾਗਜ਼ ਦੇ ਬੈਗਾਂ ਦੀ ਵਰਤੋਂ ਕਰੋ ਅਤੇ ਪੋਲੀਥੀਨ ਨੂੰ ਨਾ ਕਰੋ। Number 3, do not pollute the water. ਪਾਣੀ ਨੂੰ ਪ੍ਰਦੂਸ਼ਿਤ ਨਾ ਕਰੋ। Number 4, do not pollute the air. ਹਵਾ ਨੂੰ ਵੀ ਪ੍ਰਦੂਸ਼ਿਤ ਨਾ ਕਰੋ। Think over it. ਇਸ ਦੇ ਬਾਰੇ ਸੋਚੋ। 2 mature trees can supply enough oxygen annually to support a family of 4. ਕਿ 2 ਪਰਿਪੱਕ ਯਾਨੀ ਕਿ ਵੱਡੇ ਹੋਏ ਰੁੱਖ ਦਰਖਤ 4 ਲੋਕਾਂ ਦੇ ਪਰਿਵਾਰ ਲਈ ਸਾਲਾਨਾ, ਐਨੂਅਲੀ ਮੀਨਸ ਪੂਰੇ ਸਾਲ ਲਈ ਕਾਫੀ ਆਕਸੀਜਨ ਸਪਲਾਈ ਕਰ ਸਕਦੇ ਹਨ। ਤੋ ਬੱਚੋ ਦੇਖਿਆ ਆਪਾਂ ਨੇ ਕਿ 2 ਰੁੱਖ, ਸਿਰਫ 2 ਰੁੱਖ ਪੂਰੇ ਸਾਲ ਲਈ 4 ਲੋਕਾਂ ਦੇ ਪਰਿਵਾਰ ਲਈ ਆਕਸੀਜਨ ਸਪਲਾਈ ਕਰ ਸਕਦਾ ਹੈ। ਤੋ ਸਾਨੂੰ ਵੱਧ ਤੋਂ ਵੱਧ ਟਰੀਜ਼ ਲਾਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਵੱਢਣਾ ਨਹੀਂ ਚਾਹੀਦਾ ਹੈ। ਜਦੋਂ ਅਸੀਂ ਇੱਦਾਂ ਨਹੀਂ ਕਰਾਂਗੇ ਤਾਂ ਆਪਣੀ ਜੋ ਧਰਤੀ ਮਾਂ ਹੈ ਖੂਬ ਵਧੇਗੀ ਫੁੱਲੇਗੀ ਅਤੇ ਆਪਾਂ ਵੀ ਸੇਫ ਰਹਾਂਗੇ। ਥੈਂਕ ਯੂ ਵੈਰੀ ਮਚ ਐਵਰੀਵਨ।